पंकज बंदन सिमरो अंगद दुख निकंदन। अमरदास गुर हृदय ध्यावो, हृदय ध्यावो। श्री गुरु रामदास गुण गावो। श्री अर्जन विघ्नन के नाशक, विघ्नन के नाशक। हर गोबिंद शुभ मत प्रकाशक। श्री हर राय नमोकार जोरी, नमोकार जोरी। श्री हरि कृष्ण मनाए बहोरी। तेग बहादुर परम कृपाला, गुर परम कृपाला। श्री गुरु गोबिंद सिंह विशाला। तरों तरा पर पुन पुन सीसा जी, पुन पुन सीसा। बंदों बार बार जगदीशा। जिसमें है अमृत ज्ञान है, नानक भगत वैराग। श्री गुरु ग्रंथ साहिब उदद कर अनुराग। एक अंकारा सतगुरु प्रसाद सच होए। वाहिगुरु जी की फतेह, गण विनाशन सोए। वाहिगुरु जी की फतेह, गण विनाशन सोए। सतनाम श्री वाहिगुरु साहिब जीओ। जिस ते प्राण सहत न रहे, आगे पेख सगरे डर लहे। जिस ते प्राण सहत न रहे, आगे पेख सगरे डर लहे। वाहिगुरु जी का खालसा, वाहिगुरु जी की फतेह। दसां पातशाहियां दी जोत, तखत चौर छत्र दे मालक धन श्री गुरु ग्रंथ साहिब जी महाराज। सतगुरां दी अपरअपार किरपा रहमत दा सदका जगत गुरु धन धन श्री गुरु नानक देव साहिब जी महाराज। सतगुरां दे पावनी अस्थान गुरुद्वारा श्री बेर साहिब जी विखे गरीब नवाज साहब जी के चरणों की हाजरी भर रही गुरु की साजी नवाजी हुई साध संगत जीओ। महाराज साहब जी ने कृपा की है, सत संगत का अमोलक सुभागा समा प्राप्त होया है। संसार की कल्याण वास्ते मारिया सिक्का जगत विच नानक निर्मल पंथ चलाया। धन श्री गुरु नानक देव साहब महाराज जी ने ये सत संगत कायम की है, जो सदा वास्ते संसार के जीवां की कल्याण होंदी रहे। आद निरंजन है गुरु नानक, धार कै मूरत है जागे आयो। लोक सुनियो पर लोक सुनियो, बिद लोक सुनियो सब दर्शन पायो। संगत पारे उतारन पाओ, गुरु नानक साहिब पंथ चलायो।
ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਏ। ਤੋ ਜਗਤ ਗੁਰੂ ਜੀ ਦੇ ਪਾਵਨੇ ਅਸਥਾਨ ਤੇ ਲੜੀਵਾਰ ਰੂਪ ਵਿੱਚ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹਾਂ। ਜਿਵੇਂ ਮਹਾਰਾਜ ਸਾਹਿਬ ਜੀ ਦੱਖਣ ਦੇ ਵਿੱਚ ਪਹੁੰਚੇ ਹਨ, ਨਾਂਦੇੜ ਸ਼ਹਿਰ ਦੇ ਵਿੱਚ ਗੋਦਾਵਰੀ ਦੇ ਕੰਢੇ ਤੇ, ਔਰ ਜਿਵੇਂ ਮਹਾਰਾਜ ਸਾਹਿਬ ਜੀ ਨੇ ਆਪਣਾ ਸਤਯੁਗ ਦੇ ਸਮੇਂ ਦਾ ਤਾਬੇ ਸਥਾਨ ਪ੍ਰਗਟ ਕੀਤਾ ਹੈ, ਉਹ ਸਾਰਾ ਪ੍ਰਸੰਗ, ਸਾਰਾ ਇਤਿਹਾਸ ਆਪਾਂ ਕੱਲ ਦੇ ਦੀਵਾਨ ਵਿੱਚ ਸਾਧ ਸੰਗਤ ਜੀ ਸਰਵਣ ਕੀਤਾ ਹੈ। ਔਰ ਕਈਆਂ ਗੁਰਮੁਖਾਂ ਨੇ ਐਸਾ ਵੀ ਲਿਖਿਆ ਹੈ, ਜੋ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਉਹ ਤੇ ਆਪਾਂ ਸਾਰਾ ਸਰਵਣ ਕੀਤਾ ਹੀ ਹੈ। ਕਈਆਂ ਹੋਰ ਵੀ ਗੁਰਮੁਖਾਂ ਨੇ ਐਸਾ ਲਿਖਿਆ ਹੈ ਕਿ ਮਹਾਰਾਜ ਸਾਹਿਬ ਜੀ ਨੇ ਉਸ ਜ਼ਮੀਨ ਦਾ ਪੂਰਾ ਮੁੱਲ ਦੇ ਕੇ, ਕੀਮਤ ਦੇ ਕਰਕੇ ਕਿ ਉਸ ਪਰਿਵਾਰ ਨੂੰ ਇਹ ਬਖਸ਼ਿਸ਼ ਵੀ ਕੀਤੀ ਮਹਾਰਾਜ ਸਾਹਿਬ ਜੀ ਨੇ ਕਿ ਬਾਅਦ ਵਿੱਚ ਵੀ ਖਾਲਸਾ ਇਸ ਪਰਿਵਾਰ ਦੀ ਮਾਨ ਸਨਮਾਨ ਕਰਦਾ ਰਹੇਗਾ। ਤੇ ਹੁਣ ਤੀਕ ਕਹਿੰਦੇ ਵੀ ਉਹ ਜੋ ਮੁਸਲਮਾਨ ਪਰਿਵਾਰ ਹੈ ਨਾ, ਉਹ ਉੱਥੇ ਨੰਦੇੜ ਸ਼ਹਿਰ ਦੇ ਵਿੱਚ ਰਹਿੰਦੇ ਤੇ ਸਮੇਂ-ਸਮੇਂ ਦੇ ਨਾਲ ਇਤਿਹਾਸਕ ਦਿਹਾੜਿਆਂ ਤੇ ਵੀ ਉਹਨਾਂ ਨੂੰ ਤਖ਼ਤ ਸਾਹਿਬ ਵੱਲੋਂ ਮਾਨ ਸਨਮਾਨ ਵੀ ਦਿੱਤਾ ਜਾਂਦਾ ਰਿਹਾ ਕਿ ਇਹ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਇਹ ਬਚਨ ਕੀਤਾ ਸੀ। ਫਿਰ ਜਿਵੇਂ ਮਹਾਰਾਜ ਸਾਹਿਬ ਜੀ ਮਾਧੋ ਦਾਸ ਬੈਰਾਗੀ ਦੇ ਆਸ਼ਰਮ ਦੇ ਵਿੱਚ ਜਾਂਦੇ ਹਨ, ਸਤਿਗੁਰੂ ਜੀ ਦੇ ਨਾਲ ਸਿੰਘ ਵੱਖ-ਵੱਖ ਇਤਿਹਾਸਕਾਰਾਂ ਨੇ ਗਿਣਤੀ ਵੱਖ-ਵੱਖ ਦਿੱਤੀ ਹੈ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ ਕਿ ਜਿਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਨਾਂਦੇੜ ਸ਼ਹਿਰ ਦੇ ਵਿੱਚ ਪਹੁੰਚੇ ਤੇ ਉਸ ਵੇਲੇ 2200 ਸਿੰਘ ਮਹਾਰਾਜ ਦੇ ਨਾਲ ਸੀ। 2200 ਦੀ ਗਿਣਤੀ ਖਾਲਸੇ ਦੀ ਸੀ ਮਹਾਰਾਜ ਦੇ ਨਾਲ। ਉੱਥੇ ਪੜਾਅ ਕੀਤਾ ਹੈ ਤੇ ਮਹਾਰਾਜ ਸਾਹਿਬ ਜੀ ਫਿਰ ਮੌਜ ਦੇ ਮਾਲਕ ਜੀਵਾਂ ਦੀ ਕਲਿਆਣ ਕਰਨ ਵਾਸਤੇ, ਸ਼ਿਕਾਰ ਖੇਲਣ ਵਾਸਤੇ ਗੋਦਾਵਰੀ ਦੇ ਕੰਢੇ ਤੇ ਕੁਝ ਸਿੰਘਾਂ ਨੂੰ ਨਾਲ ਲੈ ਕਰਕੇ ਜਾਂਦੇ ਆ। ਔਰ ਉਸ ਥਾਂ ਦੇ ਉੱਤੇ ਵੈਸ਼ਨੂ ਸਾਧੂ ਮਾਧੋ ਦਾਸ ਦਾ ਆਸ਼ਰਮ ਹੈ। ਉੱਥੇ ਜਿਵੇਂ ਮਹਾਰਾਜ ਸਾਹਿਬ ਜੀ ਪਹੁੰਚੇ, ਉਹ ਆਪਾਂ ਕੱਲ ਪ੍ਰਸੰਗ ਕੁਝ ਸਰਵਣ ਕੀਤਾ ਸੀ। ਉਹ ਮਾਧੋ ਦਾਸ ਦੇ ਆਸ਼ਰਮ ਦੇ ਵਿੱਚ ਉਹਦੇ ਬੱਕਰੇ ਚਰਦੇ ਫਿਰਦੇ ਸੀ ਤੇ ਮਹਾਰਾਜ ਨੇ ਆਗਿਆ ਕੀਤੀ ਸਿੰਘਾਂ ਨੂੰ, ਸਿੰਘਾਂ ਨੇ ਝਟਕਾ ਦਿੱਤੇ, ਉਹਨਾਂ ਦੀ ਕਲਿਆਣ ਕਰ ਦਿੱਤੀ ਕਲਗੀਧਰ ਪਾਤਸ਼ਾਹ ਜੀ ਨੇ। ਕਿਉਂਕਿ ਮਹਾਰਾਜ ਇਕੱਲੇ ਮਾਰਦੇ ਹੀ ਨਹੀਂ ਸੀ, ਸਤਿਗੁਰੂ ਨੂੰ ਮਾਰਨ ਦਾ ਤੇ ਬਹਾਨਾ ਹੀ ਬਣਾਉਂਦੇ, ਮਹਾਰਾਜ ਤਾਂ ਤਾਰਦੇ ਸੀ ਸਾਧ ਸੰਗਤ। ਗੁਰੂ ਸਾਹਿਬ ਜੀ ਨੇ ਕਲਿਆਣ ਕੀਤੀ ਉਹਨਾਂ ਦੀ। ਔਰ ਫਿਰ ਉੱਥੇ ਜਿਹੜਾ ਅੰਦਰ ਆਸ਼ਰਮ ਦੇ ਪਲੰਘਾ ਡੱਠਾ ਸੀ, ਉਹਦੇ ਤੇ ਸੋਹਣਾ ਚਿੱਟਾ ਵਿਛਾਉਣਾ ਵਿਛਿਆ ਹੋਇਆ ਸੀ, ਉਹਦੇ ਤੇ ਸਤਿਗੁਰੂ ਜੀ ਬੈਠ ਗਏ। ਜਦੋਂ ਮਾਧੋ ਦਾਸ ਬੈਰਾਗੀ ਦੇ ਚੇਲੇ ਨੇ ਜਾ ਕਰਕੇ ਦੱਸਿਆ ਕਿ ਗੁਰੂ ਜੀ ਤੁਸੀਂ ਇੱਥੇ ਗੋਦਾਵਰੀ ਦੇ ਕੰਢੇ ਤੇ ਤਪ ਕਰਦੇ ਪਏ ਜੇ ਤੇ ਕੋਈ ਮਹਾਨ ਹੀ ਤੇਜਸਵੀ ਪੁਰਖ ਆਪ ਜੀ ਦੇ ਪਲੰਘੇ ਤੇ ਆ ਕੇ ਬੈਠ ਗਿਆ। ਨਾਲ ਉਹਨਾਂ ਦੇ ਕੋਈ ਸਿੱਖ ਸੇਵਕ ਵੀ ਹਨ, ਬੜੇ ਸ਼ਸਤਰਧਾਰੀ, ਉਹਨਾਂ ਤੋਂ ਬੜਾ ਭੈ ਆਉਂਦਾ। ਉਹਨਾਂ ਨੇ ਕਈ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ, ਹੱਥਾਂ ਵਿੱਚ ਵੱਡੇ ਵੱਡੇ ਵਰਸ਼ੇ ਫੜੇ ਹੋਏ ਆ। ਸਾਰੇ ਸਿੰਘ ਮਹਾਰਾਜ ਸਾਹਿਬ ਜੀ ਦੇ ਨਾਲ ਸ਼ਸਤਰਧਾਰੀ ਸਨ, ਗਾਤਰੇ, ਕਿਰਪਾਨਾਂ ਤੇ ਹੋਰ ਇਸੇ ਤਰ੍ਹਾਂ ਤੀਰ, ਕਮਾਨ, ਖੰਡੇ, ਨੇਜੇ, ਵਰਸ਼ੇ, ਕਮਰ ਕੱਸਿਆਂ ਵਿੱਚ ਪੇਸ਼ ਕਬਜ਼, ਕਟਾਰਾਂ, ਮੋਢਿਆਂ ਤੇ ਢਾਲੇ, ਕਿੰਨੇ ਕੁ ਸਿੰਘਾਂ ਦੇ ਕੋਲੇ ਸ਼ਸਤਰ ਸੀ, ਅਣਗਿਣਤ ਸ਼ਸਤਰ। ਇੱਕ ਸਿੰਘ ਕੋਲੇ ਕਿੰਨੇ ਹੀ ਸ਼ਸਤਰ, ਹਥਿਆਰ। ਤੇ ਆਖਿਆ ਜੀ ਬੱਕਰੇ ਵੀ ਉਹਨਾਂ ਨੇ ਵੱਢ ਦਿੱਤੇ ਆਸ਼ਰਮ ਵਿੱਚ ਆ ਕਰਕੇ ਆਪਣੇ, ਤੇ ਆਪ ਜੀ ਦੇ ਪਲੰਘੇ ਤੇ ਵੀ ਆ ਕੇ ਬੈਠ ਗਏ। ਬੜਾ ਗੁੱਸੇ ਵਿੱਚ ਆਇਆ ਮਾਧੋ ਦਾਸ ਬੈਰਾਗੀ। ਤੇ ਉਸ ਮੌਕੇ ਤੇ ਫਿਰ ਇਹਨੇ ਆਪਣੇ ਵੀਰਾਂ ਨੂੰ ਭੇਜਿਆ। ਥੋੜਾ ਜਿਹਾ ਪਿਛੋਕੜ ਸਾਧ ਸੰਗਤ ਜੀ ਵਿਚਾਰ ਲਈਏ ਅੱਗੇ ਇਤਿਹਾਸ ਆਰੰਭ ਕਰਨ ਤੋਂ। ਇਹ ਮਾਧੋ ਦਾਸ ਬੈਰਾਗੀ ਜਿਸ ਦਾ ਜਨਮ 1670 ਈਸਵੀ ਸਨ ਤੇ 1727 ਬਿਕਰਮੀ ਸੰਮਤ ਨੂੰ
जम्मू के इलाके पिंड रजौरी दे विच होया। जम्मू कश्मीर के इलाके दे विच पिंड रजौरी ते पिता का नाम सी सत्कारयोग रामदेव जी। राजपूत खानदान, राजपूतां दे घर दे विच जन्म होया ते माता पिता ने नाम रखिया सी लक्ष्मण देव। हुण राजपूतां दा मुंडा होण दे करके लक्ष्मण देव जिस वेले थोड़ा जिहा वड्डा होया, 16 कुछ साल की शरीर कारबला हुई ते शिकार खेडदा, शिकार बंदूक भी हथ विच रखदा है, कृपान भी रखदा है, तीर कमान भी रखदा है लक्ष्मण देव। एक दिन शिकार खेडिया लक्ष्मण देव तां एक हिरनी नूं मारिया। जिस वेले हिरनी मारी ते उहदे मरण दे नाल जदों जाके वेखिया, उहदे पेट विचों छोटे छोटे बच्चे उहदे वो भी नाल निकल के बाहर डिगे। हिरनी भी मरी ते उहदे बच्चे भी मरे उस मौके। वो हिरनी गर्भवती सी। जिस वेले वो हिरनी मरी वेखी, उहदे बच्चे मरे वेखे ते लक्ष्मण देव दे कोई पूरबले भाग सी ते शिकारी दे मन दे विच उस वेले ऐसा भाव वैराग पैदा होया ते शस्त्र त्याग दिते, शस्त्र सुट दिते। आख्या मैं अज तो बाद शिकार नहीं करना। ऐसा मन वैरागी हो गया। उन्हां दिनां विच एक महापुरख उस इलाके विच वैष्णो साधु आए, जानकी प्रसाद जी। उन्होंने अमरनाथ जाना सी, कहते यात्रा करने वास्ते, ते वो रजौरी पिंड दे विच ठहरे। ये लक्ष्मण देव उन्हां दे कोले पहुंचदा है तो जानकी प्रसाद उन्हां तो फिर उपदेश लेंदे, भाव उन्होंने अपना गुरु धारण कर लिया। वैष्णो साधु नूं जानकी प्रसाद जिस वेले उन्हां तो उन्होंने उपदेश दिता नाम जपण का, नाले आख्या भी केसां नूं बेअदबी नहीं करनी, जटा जूट रहना। जड़ावां धारण कर लिया, केसां जटा जूट हो गए ते बंदगी करन लग पे। वैरागी बन के फिर घर छड्ड दिता। जिस वेले घर छड्डिया ना, 16 साल की उम्र दे विच लक्ष्मण देव ने, जानकी प्रसाद ने जिस वेले उपदेश दिता, उन्होंने फिर लक्ष्मण देव तो नाम बदल के माधोदास रख दिता। जो घर छड्डन लगे कहते मैं तो हुण वैरागी हो गया, घरे नहीं रहना। माता पिता बड़े उपराम होए। ऐसा लिखिया इतिहासकारां ने, कहते जिवें श्री रामचंद्र जी 14 सालों का बनवास दिवाया सी ना मतरेई मां ने, घर चों वो चले सी ते पिता दशरथ ते माता कुशल्या जिवें उपराम होए सी ना, इसे तरह कहते भी हुण माधोदास जो बैरागी बन के घरों निकल लगा, तेरे माता पिता भी इस तरह बहुत उपराम होए। उन्होंने भी ऐसा दुख होया, क्योंकि भावें कोई राजा होवे ते भावें कोई रंक होवे, भुख प्यास दोनों नूं इक्को जी लगदी है, हरख शोक दोनों नूं इक्को जिहा लगदा। माधोदास फिर थां थां ते विचरदा होया ते इतिहासकार गुरमुख कई लिखते हैं। फिर ये लाहौर में चले गए, उत्थे बाबा राम थम्मण जी के स्थान से कुछ समा रहे। उत्थे एक वैष्णो महात्मा श्री रामदास जी उन्होंने नाम लिखिया, उन्होंने नाल भी मेल मिलाप होए। उतों फिर विचरते विचरते ये नासिक चले गए, नासिक पंचवटी नासिक जा करके ते उत्थे रहिंदे होया फिर उत्थे एक जोगी नूं गुरु धारण कर लिया, उहदा नाम लिखिया औगड़नाथ। पहला तो नाम पानी दे वल्ले ही लगे सन वैष्णो महात्मा। जिस वेले औगड़नाथ मिलिया तो उन्हें आख्या भी आ जंतर मंत्र सिख, जंतर मंत्र रिद्धियां सिद्धियां इंज प्राप्त होणगियां। आ हनुमान का भी चलीसा कढ़ ते भैरवनाथ जदी दी भी आराधना कर। फिर औगड़नाथ ने इधर जंतर मंत्र वाले पासे लाया तो फिर वो जंतर मंत्र करदियां होइयां फिर पंचवटी तो उत्थे ही कंढे कंढे और गोदावरी के पास पहुँच गए। उत्थे जाके एकांत में ऐसी आराधना की कि वीर वस विच होए, रिद्धियां सिद्धियां प्राप्त होइयां। ब्रह्मचर्य विच प्रपक्क
ये माधो दास बैरागी। फिर उत्थे जदों ये आराधना की, रिद्धियां सिद्धियां हो गई, हासिल वीर भी वस विच हो गए, तो फिर उत्थे कई चेले भी बन गए आके। फिर कई चेलियां का गुरु भी बन गया माधो दास बैरागी, फिर गुरु बन गया उत्थे। तो इस तरीके दे नाल साध संगत जी फिर हुण कलगीधर पातशाह जी दे नाल किवें मिलाप हुंदा है, ते महाराज साहब माधो दास नूं किवें फिर बंदा बनाउंदे आ, बंदा सिंह फिर किवें बहादुर बनदे आ। फिर अमृत छका के इन्हां नूं बाबा गुरबख्श सिंह नाम महाराज दिंदे, भाई गुरबख्श सिंह। पर महाराज साहब ने आख्या कि हुण पंथ विच नां जिहड़ा है वो बंदा ही प्रसिद्ध होएगा, बंदा बहादुर, बंदा सिंह बहादुर। ते बाबा जी की सारी शरीर कारबला जे इस तरीके दे नाल सारा विचार करिए तो 46 साल हुई है साध संगत। बाबा बंदा सिंह बहादुर जी की सारी शरीर कारबला 46 साल, क्योंकि 1670 ईस्वी सन दे विच उन्हां दा जन्म हुंदा है राजौरी पिंड दे विच। ते जदों बाबा जी की शहीदी होनी अगे जाके वो फिर 1716 ईस्वी सन नूं साध संगत जी शहीदी हुई। श्री गुरु गोबिंद सिंह महाराज के सचखंड जाण तो 8 साल बाद, क्योंकि 1708 दे विच श्री गुरु ग्रंथ साहिब महाराज नूं गुरियाई दे के गुरु कलगीधर पातशाह सचखंड बयाना करते हैं। ते 1716 ईस्वी दे विच बाबा बंदा सिंह बहादुर दिल्ली दे विच जदों बख्तियार बादशाह सी, उस मौके ते उन्हां दी शहादत हुंदी है। ते सारी गिनती गिणीए ना 1670 तो लैके 1716 तक ते 46 साल ही बनते। ते श्री गुरु गोबिंद सिंह महाराज के प्रकाश तो 4 साल बाद विच बाबा बंदा सिंह बहादुर का जन्म होया। 1666 दे विच श्री गुरु गोबिंद सिंह महाराज साहब जी का प्रकाश होया, ते 1670 दे विच बाबा बंदा सिंह बहादुर जी का जन्म होया राजौरी पिंड दे विच। तां जिवें गुरु कलगीधर पातशाह महाराज साहब जी हुण पंगे ते जाके बैठे आ, ते चेलियां ने जाके दस्सिया गोदावरी दे कंढे ते कि गुरु जी तुहाडे पंगे ते आके कोई बड़ा तेजस्वी महान पुरख बैठ गया है, ते कोई बंदोबस्त करो। ते माधो दास बैरागी की करता, इत्थों अगे गाथा आरंभ हुंदी है। धन श्री गुरु गोबिंद सिंह महाराज साहब जी का ध्यान करदियां होइयां शरधा भावना सहित उचारण करो जी। सतनाम श्री वाहिगुरु साहिब, सतनाम श्री वाहिगुरु साहिब जी। जिस ते प्राण सहित न रहे। वीरां नूं एक एक पंक्ति पढ़नी। जिस वेले वीरां नूं भेजन लगा है ना माधो दास बैरागी, एक वीर नूं अपने नूं भेजन लगा, कहंदा जाओ जा करके ते पलंगा उल्टा दिओ, जिस करके उन्हां दे प्राण सहित न रहे, प्राण ही ना रहन, जाके खत्म कर दिओ। आगे पेख सगरे डर लहे। कहंदे बाकी होरां नूं भी पता लग जावे कि मेरे पलंगे ते किवें बैठी दा है, साधु दे आश्रम दे विच आ करके किवें बकरे वड्डी दे आ, बाकियां नूं भी पता लग जावे। ते जाके वीर नूं कहंदा भी जा ते पलंगा उल्टा दे ते नाले प्राण भी नाश कर दे ओदा, अगे वास्ते बाकी भी डर सहित हो जाण, मेरा भै मन्नण। साध वग्या करे न कोई। अगे तो भी कोई साधु दे डेरे दी नरादरी ना करे, कोई साधु की अवज्ञा ना करे। जिस कीनी सह संकट सोई। जिसने आकर के मेरे आश्रम की नरादरी की है ते ओनू फिर दुख सहारना पवे। सुनत वीर तुर नहीं तायो। माधो दास बैरागी दी ये आज्ञा सुन करके ओदा वीर वस कीता होया वीर छेती नाल आया है। ज्यों तन ते किन बाण चलायो। कहते इस तरह छेती नाल धावा करके आया, दौड़ के आया जिवें किसी ने कमान विचों तीर चलाया हुंदा, जिवें तीर आउंदा ना छेती नाल चूकदा, इस तरह वीर आउंदा माधो दास बैरागी दा। आए उठावन लाग सपावा। ते आ गया ते आ करके हुण पावा चुकन लगा वा पंगे दा, हुण पंगा उठाउण लगा। उत्ते बैठे होए कलगीधर पातशाह धन श्री गुरु गोबिंद सिंह महाराज पंगे ते। करियो जन तो उठावा। बड़ा
ਜ਼ੋਰ ਲਾਇਆ ਵੀਰ ਨੇ, ਪਰ ਪਲੰਗਾ ਉਠਾਇਆ ਨਾ ਗਿਆ, ਹਿੱਲਿਆ ਨਾ ਪਲੰਗਾ, ਕਿਉਂਕਿ ਉੱਤੇ ਮਰਦ ਅਗੰਬੜਾ ਸਤਿਗੁਰੂ ਬੈਠਾ ਹੈ। ਦੁਤੀਏ ਵੀਰ ਤਬ ਸਾਧ ਬਿਠਾਇਓ। ਜਿਸ ਵੇਲੇ ਸਾਧ ਨੇ ਵੇਖਿਆ ਕਿ ਪਹਿਲੇ ਵੀਰ ਤੋਂ ਲੱਗਦੀ ਕੋਈ ਗੱਲ ਨਹੀਂ ਬਣੀ, ਉਹਨੇ ਦੂਜਾ ਵੀਰ ਫੇਰ ਭੇਜਿਆ। ਮਾਧੋ ਦਾਸ ਨੇ ਦੂਜਾ ਵੀਰ ਆ ਗਿਆ। ਚਾਹਤ ਹੈ ਪਰ ਜਨ ਕੋ ਉਠਾਇਓ। ਹੁਣ ਦੋਵੇਂ ਜਾਣੇ ਇਕੱਠਾ ਜ਼ੋਰ ਲਾਉਂਦੇ ਆ ਕਿ ਦੋਵੇਂ ਜਾਣੇ ਇੱਕ ਤੋਂ ਨਹੀਂ ਲਿਆ ਪਲੰਗਾ, ਹੁਣ ਦੋਵੇਂ ਜਾਣੇ ਉਲਟਾ ਦਈਏ। ਦੋ ਵੀਰ ਇਕੱਠਾ ਜ਼ੋਰ ਲਾ ਕਰਕੇ ਪਲੰਗਾ ਉਲਟਾਉਣਾ ਚਾਹੁੰਦੇ ਹਨ। ਦੋਨੋਂ ਪਾਵੇਂ ਪਰ ਦਵੈ ਤੀਰ। ਤੇ ਕਲਗੀਧਰ ਪਾਤਸ਼ਾਹ ਅੰਤਰਜਾਮੀ ਜਾਣਦੇ ਆ ਵੀ ਮਾਧੋ ਦਾਸ ਹੁਣ ਆਪਣੀ ਤਾਕਤ ਲਾ ਰਿਹਾ ਸਾਡੇ ਉੱਤੇ, ਆਪਣੇ ਵੀਰਾਂ ਨੂੰ ਭੇਜ ਰਿਹਾ, ਤੇ ਵੀਰ ਲੱਗੇ ਆ ਪਲੰਗਾ ਚੁੱਕਣ। ਤੇ ਮਹਾਰਾਜ ਨੇ ਵੇਖਿਆ ਵੀ ਦੋ ਵੀਰ ਲੱਗੇ, ਸਤਿਗੁਰੂ ਜੀ ਨੇ ਭੱਥੇ ਚੋਂ ਦੋ ਤੀਰ ਕੱਢੇ ਤੇ ਦੋਵਾਂ ਪਾਵਿਆਂ ਚ ਉੱਤੇ ਗੱਡ ਦਿੱਤੇ, ਇੱਕ ਉਧਰਲੇ ਪਾਸੇ ਇੱਕ ਉਧਰਲੇ ਪਾਸੇ, ਦੋਵਾਂ ਪਾਵਿਆਂ ਦੇ ਉੱਤੇ ਦੋ ਤੀਰ ਲਾ ਦਿੱਤੇ। ਗੁਰੂ ਖੁਪਾਏ ਧਰੇ ਜੁਤ ਤੀਰ। ਜਿਹਦੇ ਸਾਹਿਬ ਮਹਾਰਾਜ ਸਾਹਿਬ ਜੀ ਨੇ ਖੁਵਾ ਦਿੱਤੇ ਉੱਤੇ ਪਾਵਿਆਂ ਦੇ ਦੋ ਤੀਰ। ਪੀਰਨ ਹੈ ਤਕ ਬਲ ਕਹਾ। ਸਤਿਗੁਰੂ ਮੌਜ ਦੇ ਮਾਲਕੇ ਤਾਂ ਸੁਭਾਵਕ ਮਹਾਰਾਜ ਨੇ ਕੌਤਕ ਕੀਤਾ ਵਾ, ਭਾਵੇਂ ਤੀਰ ਨਾ ਹੀ ਘਵਾਉਣ। ਮਹਾਰਾਜ ਸਾਹਿਬ ਨੇ ਤੀਰ ਘਵਾਏ ਦੋਵਾਂ ਪਾਵਿਆਂ ਦੇ ਉੱਤੇ, ਤੇ ਕਹਿੰਦੇ ਵੀ ਉਹਨਾਂ ਵੀਰਾਂ ਦੇ ਵਿੱਚ ਇੰਨਾ ਬਲ ਕਿੱਥੇ ਆ, ਇੰਨਾ ਜ਼ੋਰ ਕਿੱਥੇ ਹੈ। ਖਾਟ ਉਠਾਏ ਸੋ ਪਲਟੇ ਤਹਾਂ। ਵੀ ਇਸ ਮੰਜੇ ਨੂੰ ਉਠਾ ਕਰਕੇ ਉਹ ਪਲਟ ਦੇਣ, ਇਹਨੂੰ ਮੁੱਦਾ ਮਾਰ ਦੇਣ, ਨਹੀਂ ਮਾਰ ਸਕਦੇ। ਜਾਨੀ ਸਾਧਨਾ ਜੁਗਤੇ ਹੱਲਾ। ਉੱਥੇ ਸਾਧ ਨੇ ਗੋਦਾਵਰੀ ਦੇ ਕੰਢੇ ਤੇ ਮਾਧੋ ਦਾਸ ਨੇ ਜਾਣ ਲਿਆ ਕਿ ਦੋਵਾਂ ਵੀਰਾਂ ਤੋਂ ਵੀ ਗੱਲ ਨਹੀਂ ਬਣੀ, ਪਲੰਗਾ ਉਲਟਾਇਆ ਨਹੀਂ ਗਿਆ, ਹਿੱਲਿਆ ਨਹੀਂ ਹੈ। ਹੈ ਕੋ ਪੁਰਖ ਵਿਸਾਲਾ। ਥੋੜਾ ਜਿਹਾ ਸੋਚੀ ਪੈ ਗਿਆ, ਕਹਿੰਦਾ ਕੋਈ ਵੱਡਾ ਹੀ ਪੁਰਖ ਹੋਵੇਗਾ, ਜਿਆਦੀ ਤਾਕਤ ਵਾਲਾ ਹੋਣਾ ਜਿਹਦੇ ਕਰਕੇ ਪਲੰਗਾ ਹਿੱਲਿਆ ਨਹੀਂ। ਰਹੀ ਤੇ ਅੱਗੇ ਕਈ ਬੈਠੇ ਸੀ, ਮੈਂ ਵੀਰਾਂ ਨੂੰ ਭੇਜਦਾ, ਇੱਕੋ ਵੀਰ ਹੀ ਜਾ ਕੇ ਮੁੱਦਾ ਮਾਰ ਦਿੰਦਾ ਸੀ। ਕੋਈ ਜਿਆਦੀ ਤਾਕਤ ਵਾਲਾ ਆ ਕੇ ਬਹਿ ਗਿਆ ਹੈ ਪੁਰਖ, ਇਸ ਕਰਕੇ ਇਹ ਪਲੰਗਾ ਜੋ ਹਿੱਲਿਆ ਨਹੀਂ ਹੈ। ਤ੍ਰਿਤੀ ਪੜਿਓ ਮਨ ਚਾਰੋ ਆਏ। ਤੀਜੇ ਵੀਰ ਨੂੰ ਫੇਰ ਭੇਜਿਆ, ਫਿਰ ਚੌਥੇ ਨੂੰ ਭੇਜਿਆ। ਇਸ ਤਰ੍ਹਾਂ ਚਾਰ ਵੀਰ ਆਏ, ਲਾਏ ਰਹੇ ਬਲ ਨਹਿ ਉਲਟਾਏ। ਆਪਣਾ ਜ਼ੋਰ ਲਾ ਰਹੇ, ਤਾਕਤ ਲਾ ਰਹੇ ਸਾਰੀ, ਪਰ ਪਲੰਗਾ ਉਲਟਾਇਆ ਨਹੀਂ ਜਾ ਰਿਹਾ। ਚਾਰੋਂ ਪਾਵੋਂ ਪਰ ਸਰ ਚਾਰ। ਮਹਾਰਾਜ ਨੇ ਫਿਰ ਦੂਜੇ ਦੋਹਾਂ ਪਾਵਿਆਂ ਤੇ ਵੀ ਦੋ ਤੀਰ ਕੱਢ ਦਿੱਤੇ। ਹੁਣ ਚੌਹਾਂ ਪਾਵਿਆਂ ਦੇ ਉੱਤੇ ਚਾਰ ਤੀਰ ਤੋਂ ਮਹਾਰਾਜ ਨੇ ਕੱਢ ਦਿੱਤੇ ਆਪਣੇ। ਕਰੇ ਟਿਕਾਵਨ ਭਾਰ ਉਧਾਰ। ਤਾਂ ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਆਪ ਉੱਤੇ ਬੈਠੇ ਹੋਏ ਆ, ਤੇ ਜ਼ਿਆਦਾ ਹੀ ਭਾਰ ਮਹਾਰਾਜ ਸਾਹਿਬ ਜੀ ਨੇ ਪਾ ਦਿੱਤਾ। ਸਤਿਗੁਰੂ ਮੌਜ ਦੇ ਮਾਲਕ ਆ, ਜਿੰਨਾ ਮਰਜ਼ੀ ਭਾਵੇਂ ਤਰਲੋਕੀ ਦਾ ਭਾਰ ਪਾ ਦੇਣ ਪਲੰਗੇ ਦੇ ਉੱਤੇ। ਗੁਰਨੇ ਮਾਤਰ ਦੇ ਨਾਲ ਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ। ਤੋ ਇਸ ਕਰਕੇ ਬਹੁਤਾ ਜ਼ਿਆਦਾ ਜਿਹੜਾ ਭਾਰ ਉਹ ਪਲੰਗੇ ਤੇ ਮਹਾਰਾਜ ਨੇ ਪਾਇਆ ਹੋਇਆ ਹੈ। ਜਬ ਨੈ ਉਲਟਿਓ ਵੀਰਨ ਜਾਨੀ। ਜਦੋਂ ਨਹੀਂ ਉਲਟਾਇਆ ਗਿਆ ਪਲੰਗਾ ਤੇ ਵੀਰਾਂ ਨੇ ਜਾਣਿਆ। ਹਾਂਜੀ, ਤਰੇ ਤਸਾਵਨ ਲਗੇ ਮਹਾਨੀ। ਉਹ ਕਹਿੰਦੇ ਤਾਂ ਨਹੀਂ ਚੁੱਕਿਆ ਜਾਂਦਾ, ਚੱਲ ਥੱਲੇ ਹੀ ਧਸਾ ਦਈਏ, ਥੱਲੇ ਧਰਤੀ 'ਚ ਧਸਾ ਦਈਏ, ਤਾਂ ਤੇ ਚੁੱਕਿਆ ਨਹੀਂ ਜਾਂਦਾ। ਉੱਤੇ ਮਹਾਰਾਜ ਨੇ ਤੀਰ ਲਾ ਦਿੱਤੇ ਆ, ਇਹ ਕਰਕੇ ਆਪਣਾ ਜ਼ੋਰ ਠਾਹ ਨੂੰ ਲਾ ਦਈਏ ਤੇ ਧਰਤੀ ਦੇ ਵਿੱਚ ਧਸਾ ਦਈਏ ਪਲੰਗੇ ਨੂੰ। ਜਬ ਚਾਰੋਂ ਰਿਸਤੇ ਬਲ ਕੀਨ। ਜਦੋਂ ਚੌਹਾਂ ਨੇ ਗੁੱਸੇ ਵਿੱਚ ਆ ਕੇ ਕਹਿੰਦੇ ਹੇਠਾਂ ਨੂੰ ਧਰਤੀ ਵਿੱਚ ਧਸਾਉਣ ਵਾਸਤੇ ਜ਼ੋਰ ਲਾਇਆ ਵੀਰਾਂ ਨੇ। ਅਲੀ ਖਾਟ ਚਾਲੀ ਤਰਚੀਨ। ਤੇ ਥੋੜਾ ਜਿਹਾ ਪਲੰਗਾ ਹਿੱਲਿਆ, ਥੋੜਾ ਜਿਹਾ ਥੱਲੇ ਨੂੰ ਜਾਣ ਲੱਗਾ। ਜਦੋਂ ਉਹਨਾਂ ਨੇ ਜ਼ੋਰ ਲਾਇਆ ਨਾ, ਹਲੀ ਖਾਟ ਚਾਲੀ ਤਾਰ, ਥੋੜੀ ਜਿਹੀ ਥੱਲੇ ਨੂੰ ਮੰਜੀ ਜਾਣ ਲੱਗੀ। ਚੀਨ ਮਹਾਰਾਜ ਸਾਹਿਬ ਜੀ ਨੇ ਜਾਣਿਆ। ਪਾਵੇ ਲਗੇ ਤਸਨ ਜਗ ਹੇਰੇ। ਜਦੋਂ ਗਰੀਬ ਨਵਾਜ ਨੇ ਵੇਖਿਆ ਕਿ ਹੁਣੇ ਵੀਰ ਥਾਂ ਨੂੰ ਜ਼ੋਰ ਲਾਉਣ ਲੱਗ ਪਏ ਆ, ਤੇ ਪਾਵੇ ਥੋੜੇ ਜਿਹੇ ਹੇਠਾਂ ਨੂੰ ਧੱਸਣ ਲੱਗੇ ਹਨ। ਸ਼੍ਰੀ ਸਤਿਗੁਰ ਬੋਲੇ ਤਿਸ ਫਿਰ ਬੇਰੇ। ਸੋਭਾ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੋਲੇ। ਕਾਸ਼ਟ ਕੁਸ਼ ਹਮ ਸੋਨੇ ਬੈਰ। ਮਹਾਰਾਜ ਕਹਿਣ ਲੱਗੇ, ਹੇ ਲੱਕੜ ਪਲੰਗਿਆ, ਕੋਈ ਸਾਡੇ ਨਾਲ ਤੇਰਾ ਵੈਰ ਤਾਂ ਨਹੀਂ ਹੈ। ਧਰਨੀ ਤਸਤ ਨ ਰਹਿਤ ਚੇਰਾ। ਤੂੰ ਧਰਤੀ ਵਿੱਚ ਕਿਉਂ ਧੱਸਦਾ ਜਾਣਾ ਹੈ, ਉੱਚਾ ਕਿਉਂ ਨਹੀਂ ਰਹਿੰਦਾ? ਇਸ ਕਰਕੇ ਮਹਾਰਾਜ ਨੇ ਪ੍ਰੇਮ ਸਹਿਤ ਐਸਾ ਬਚਨ ਕੀਤਾ ਵੀ ਧਰਤੀ ਵਿੱਚ ਕਿਉਂ ਧੱਸਦਾ ਹੈ, ਉੱਚਾ ਕਿਉਂ ਨਹੀਂ ਰਹਿੰਦਾ ਹੈ। ਹਾਥ ਪਾਏ ਕਰ ਖਾਟ ਟਿਕਾਈ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਹੱਥ ਪਾ ਕਰਕੇ ਨਾ ਪਲੰਗੇ
ਤੇ ਆਸਰਾ ਜਿਹਾ ਦਿੱਤਾ ਹੈ, ਉਹਨੂੰ ਟਿਕਾ ਦਿੱਤਾ ਇਸ ਤਰ੍ਹਾਂ ਬਚਨ ਕਰਕੇ। ਭਈ ਅਕਾਰਥ ਜਮਤ ਫਿਰ ਲਾਈ ਵੀਰਾਂ ਨੇ ਸਾਰਾ ਜ਼ੋਰ ਲਾ ਲਿਆ, ਥੱਲੇ ਕਿੱਧਰ ਧੱਕਣਾ ਸੀ ਉਹਨਾਂ ਨੂੰ, ਥੱਲੇ ਨਹੀਂ ਧਸਾਇਆ ਗਿਆ ਪਲੰਗਾ, ਨਾ ਉਲਟਾਇਆ ਗਿਆ, ਨਾ ਤਾਂ ਚੁੱਕਿਆ ਗਿਆ, ਨਾ ਜ਼ਮੀਨ ਵਿੱਚ ਹੀ ਧਸਾਇਆ ਗਿਆ। ਆਪਣੇ ਤੇ ਬੋ ਬੜੇ ਵਿਚਾਰਾ ਫਿਰ ਜਾਣਿਆ ਉਹਨਾਂ ਵੀਰਾਂ ਨੇ ਵੀ ਇਹ ਤਾਂ ਬਹੁਤ ਵੱਡੇ ਆ, ਸਾਡੇ ਨਾਲੋਂ ਇਹਨਾਂ ਦੀ ਤਾਕਤ। ਮਾਧੋ ਦਾਸ ਕੋਏ ਹੰਕਾਰਾ ਜਾ ਕੇ ਦੱਸਿਆ ਮਾਧੋ ਦਾਸ ਵੀ ਉਹ ਨਹੀਂ ਪਲੰਗਾ ਉਲਟਾਇਆ ਜਾਂਦਾ, ਉਹ ਹਿੱਲਦਾ ਹੀ ਨਹੀਂ ਗਾ, ਉਲਟਾਇਆ ਕਿੱਥੋਂ ਜਾਣਾ, ਨਾ ਥੱਲੇ ਨੂੰ ਧਸਾਇਆ ਜਾਂਦਾ, ਨਾ ਮੂਧਾ ਕੀਤਾ ਜਾਂਦਾ, ਨਾ ਹਿੱਲਿਆ ਸਾਡੇ ਤੋਂ। ਮਾਧੋ ਦਾਸ ਨੇ ਜਾਣਿਆ ਕਿ ਮੇਰੇ ਨਾਲੋਂ ਕੋਈ ਵੱਧ ਤਾਕਤ ਵਾਲਾ ਆ ਕੇ ਬੈਠ ਗਿਆ, ਤੇ ਮਾਧੋ ਦਾਸ ਨੇ ਫਿਰ ਆਪਣਾ ਹੰਕਾਰ ਛੱਡ ਕਰਕੇ, ਹੰਕਾਰ ਨਾਸ ਕਰਕੇ ਮੈਂ ਕਰ ਦੀਨ ਤਬੈ ਚਲ ਤੇ ਆਇਓ ਦੀਨ ਹੋ ਕੇ, ਨਿਮਰਤਾ ਸਹਿਤ ਹੋ ਕਰਕੇ, ਹੰਕਾਰ ਛੱਡ ਕੇ ਫਿਰ ਝੁਕ ਕੇ ਆ ਗਿਆ। ਸ਼੍ਰੀ ਗੁਰ ਬੈਠੇ ਦਰਸ਼ਨ ਪਾਇਓ ਸਤਿਗੁਰੂ ਜੀ ਬੈਠੇ ਹੋਏ ਆ ਪਲੰਘੇ ਉੱਤੇ, ਤੇ ਆ ਕੇ ਮਾਧੋ ਦਾਸ ਨੇ ਮਹਾਰਾਜ ਦਾ ਦਰਸ਼ਨ ਕੀਤਾ, ਨਮਸਕਾਰ ਕੀਤੀ। ਵੰਦਨ ਕਰੀ ਰਹਿਓ ਕਰ ਜੋਰ ਹੁਣ ਹੱਥ ਜੋੜ ਕੇ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ, ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਅਵਿਲੋਕਤ ਸ਼੍ਰੀ ਮੁਖ ਕੀ ਔਰ ਤੇ ਨਾਲੇ ਨਮਸਕਾਰ ਕਰਦਾ ਹੈ, ਨਾਲੇ ਸੋਭਾ ਵਾਲੇ ਮੁਖੜੇ ਦੀ ਤਰਫ ਵੇਖਦਾ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿਹਰੇ ਦੇ ਦਰਸ਼ਨ ਕਰਦਾ ਹੈ। ਪੂਜਿਓ ਪ੍ਰਭੂ ਕੌਣ ਤੂੰ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਬਈ ਤੂੰ ਕੌਣ ਹੈ, ਇਸ ਥਲ ਮੈਂ ਕੈਸੇ ਕਰ ਤੇ ਰਹੇ ਇਸ ਥਾਂ ਤੇ ਕਿਵੇਂ ਰਹਿੰਦਾ ਹੈ। ਇਹ ਬਮ ਗੁਰ ਕੋ ਆਸ਼ਰਮ ਭਾਰੀ ਮਾਧੋ ਦਾਸ ਬੈਰਾਗੀ ਕਹਿਣ ਲੱਗਾ ਕਿ ਇਹ ਮੇਰੇ ਗੁਰੂ ਜੀ ਦਾ ਆਸ਼ਰਮ ਹੈ, ਇਹ ਜੋ ਭਾਰੀ ਆਸ਼ਰਮ ਹੈ, ਟਿਕਾਣਾ ਹੈ, ਇਹ ਮੇਰੇ ਗੁਰੂ ਜੀ ਦਾ ਆਸ਼ਰਮ ਹੈ ਵੱਡਾ। ਚਿਰੰਗਾਲ ਤਪ ਕੀਨ ਚਾਰੀ ਇੱਥੇ ਚਿਰਕਾਲ ਮੇਰੇ ਗੁਰੂ ਜੀ ਨੇ ਤਪ ਕੀਤਾ ਹੈ। ਦੇਸ ਪਿਛੇ ਮੈਂ ਇਸ ਥਲ ਬਸਾ ਆਪਣੇ ਗੁਰੂ ਜੀ ਤੋਂ ਬਾਅਦ ਇਸ ਆਸ਼ਰਮ ਦੇ ਵਿੱਚ ਮੈਂ ਵਸਿਆ ਹਾਂ। ਰਹੋ ਏਕ ਭਾਵੈ ਤਪ ਰਸਾ ਮੈਂ ਇਕੱਲਾ ਹੀ ਰਹਿੰਦਾ ਹਾਂ ਇੱਥੇ, ਤੇ ਮੈਨੂੰ ਤਪੱਸਿਆ ਕਰਨੀ ਪਾਉਂਦੀ ਹੈ। ਮੈਂ ਇੱਥੇ ਰਹਿ ਕਰਕੇ ਇਕਾਂਤ ਗੋਦਾਵਰੀ ਦੇ ਕੰਢੇ ਤੇ ਤਪ ਕਰਦਾ ਹਾਂ। ਹੁਣ ਗੁਰ ਬਨਿਓ ਤੋਹੇ ਗੁਰ ਕਾ ਕਲਗੀਧਰ ਪਾਤਸ਼ਾਹ ਨੇ ਇਹ ਗੱਲ ਸੁਣ ਕਰਕੇ ਇਸ ਮਾਧੋ ਦਾਸ ਬੈਰਾਗੀ ਦੀ, ਸਾਧੂ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਵੀ ਤੇਰਾ ਗੁਰੂ ਕਿੱਥੇ ਹੈ। ਇਹ ਬੈਰਾਗੀ, ਇਹ ਸਾਧੂ, ਤੇਰਾ ਗੁਰੂ ਇਸ ਮੌਕੇ ਕਿੱਥੇ ਹੈ। ਹਰ ਕਰ ਪਹੁੰਚਿਓ ਜਾਣੇ ਤਾ ਤੇ ਸਰੀਰ ਤਿਆਗ ਕਰਕੇ ਕਿੱਥੇ ਪਹੁੰਚਿਆ ਹੈ ਤੇਰਾ ਗੁਰੂ, ਕੀ ਤੂੰ ਜਾਣਦਾ ਹੈ ਕਿ ਕਿਹੜੀ ਅਵਸਥਾ ਪ੍ਰਾਪਤ ਹੋਈ ਹੈ ਤੇਰੇ ਗੁਰੂ ਨੂੰ, ਉਹ ਕਿਹੜੇ ਥਾਂ ਤੇ ਪਹੁੰਚਾ ਹੈ, ਕਿੱਥੇ ਇਸ ਵੇਲੇ ਵਸਿਆ ਹੋਇਆ ਹੈ। ਜਿਸ ਪਰਵਾਸੇ ਆਸ਼ਰਮ ਰਹੇ ਜਿਸ ਤੂੰ ਆਪਣੇ ਗੁਰੂ ਜੀ ਦੇ ਭਰੋਸੇ ਉੱਤੇ ਇਸ ਆਸ਼ਰਮ ਦੇ ਵਿੱਚ ਰਹਿਣਾ ਹੈ, ਤੈਨੂੰ ਇਸ ਗੱਲ ਦਾ ਪਤਾ ਵੀ ਹੈ ਕਿ ਨਹੀਂ ਕਿ ਮੇਰਾ ਗੁਰੂ ਕਿੱਥੇ ਪਹੁੰਚ ਗਿਆ ਹੈ। ਜਿਸ ਕੋ ਲਖੇ ਕਿ ਨਹਿ ਕਿਤ ਹੈ ਤੂੰ ਆਪਣੇ ਗੁਰੂ ਨੂੰ ਜਾਣਦਾ ਹੈ ਕਿ ਨਹੀਂ ਜਾਣਦਾ ਹੈ। ਸੁਨਤ ਦੀਨ ਵੇ ਸਾਧ ਬਖਾਨਾ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਬਚਨ ਸੁਣ ਕਰਕੇ ਦੀਨਮਾਨ ਹੋ ਕੇ ਨਿਮਰਤਾ ਸਹਿਤ ਸਾਧੂ ਨੇ ਬੇਨਤੀ ਕੀਤੀ, ਸ਼ਕਤ ਨਾਇਤੀ ਮਹਿ ਨਹਿ ਜਾਨਾ ਮਹਾਰਾਜ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ, ਮੈਨੂੰ ਅੰਤਰਜਾਮਤਾ ਨਹੀਂ ਹਾਸਲ ਹੋਈ, ਇੰਨੀ ਸ਼ਕਤੀ ਨਹੀਂ ਹੈ, ਮੈਂ ਨਹੀਂ ਜਾਣਦਾ ਹਾਂ ਕਿ ਮੇਰਾ ਗੁਰੂ ਕਿੱਥੇ ਹੈ ਤੇ ਕਿਹੜੀ ਹਾਲਤ ਵਿੱਚ ਹੈ। ਜੇਕਰ ਤੁਮ ਮੈਂ ਸ਼ਕਤ ਅਤੀਕ ਤੇ ਜੇ ਆਪ ਜੀ ਦੇ ਵਿੱਚ ਇੰਨੀ ਸ਼ਕਤੀ ਹੈ, ਲੋਕ ਪਰਲੋਕ ਲਖੋ ਬਿਦਨੀਕ ਜੇ ਆਪ ਜੀ ਲੋਕ ਪਰਲੋਕ ਦੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਇੰਨੀ ਸ਼ਕਤੀ ਆਪ ਜੀ ਦੇ ਵਿੱਚ ਹੈ, ਤੋ ਸਮ ਗੁਰ ਕੋ ਦੇਹੋ ਦਿਖਾਈ ਤਾਂ ਫਿਰ ਮੇਰੇ ਤੇ ਕਿਰਪਾ ਕਰੋ, ਮੇਰੇ ਗੁਰੂ ਨੂੰ ਮੈਨੂੰ ਇੱਕ ਵਾਰੀ ਵਿਖਾ ਦਿਓ ਮੇਰਾ ਗੁਰੂ ਕਿੱਥੇ ਹੈ, ਮੇਰੇ ਗੁਰੂ ਦਾ ਮੈਨੂੰ ਦਰਸ਼ਨ ਕਰਾ ਦਿਓ। ਕੌਣ ਨਿਸ਼ਚਾ ਨਹਿ ਚਲ ਟਿਕ ਜਾਈ ਤੇ ਫਿਰ ਮੇਰਾ ਜਿਹੜਾ ਨਿਸ਼ਚਾ ਹੈ ਉਹ ਅਚਲ ਆਪ ਜੀ ਉੱਤੇ ਟਿਕ ਜਾਵੇਗਾ। ਤਬ ਗੁਰ ਬਨਿਓ ਤਰੋਵਰ ਖਰਿਓ ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਆਖਿਆ ਜਿਹੜਾ ਸਾਹਮਣੇ ਦਰਖਤ ਹੈ ਨਾ ਤੇਰੇ ਆਸ਼ਰਮ ਦੇ ਵਿੱਚ, ਆ ਬੇਲ ਦਾ ਰੁੱਖ ਆ,
ਆ ਸਾਹਮਣੇ ਜੋ ਦਰਖਤ ਹੈ ਤਿਸ ਕੇ ਫਲ ਕੀੜਾ ਹੋਏ ਮਰਿਓ। ਇਸ ਦੇ ਫਲ ਦੇ ਵਿੱਚ ਕੀੜਾ ਬਣ ਕੇ ਬੈਠਾ ਤੇਰਾ ਗੁਰੂ। ਮਾਧੋ ਦਾਸਾ ਆ ਸਾਹਮਣੇ ਜੋ ਦਰਖਤ ਆ ਉਹਦਾ ਉਹ ਸਾਹਮਣੇ ਪੱਕਿਆ ਹੋਇਆ ਫਲ ਵਾ ਨਾ, ਉਸ ਫਲ ਨੂੰ ਤੋੜ ਕੇ ਵੇਖ ਲਾ, ਉਸ ਫਲ ਦੇ ਵਿੱਚ ਕੀੜਾ ਬਣਿਆ ਬੈਠਾ ਤੇਰਾ ਗੁਰੂ। ਕੀੜਾ ਵੇਖੋ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਸਾਹਿਬ ਜੀ ਦਾ ਬਚਨ ਹੈ, ਗੁਰੂ ਤਾਂ ਸੰਸਾਰ ਤੇ ਕਈ ਕਹਾਉਂਦੇ ਫਿਰਦੇ ਆ, ਪਰ ਮੁਕਤੀ ਆਪਣੀ ਵੀ ਕਿਸੇ ਦੀ ਵਿਰਲੇ ਦੀ ਵੀ ਹੋਣੀ ਆ। ਦੂਜਿਆਂ ਨੂੰ ਮੁਕਤੀ ਉਹਨਾਂ ਨੇ ਕੀ ਦੇਣੀ ਜਿਹੜੇ ਆਪ ਮੁਕਤ ਨਾ ਹੋਣਗੇ। ਜਿਹੜਾ ਗੁਰੂ ਆਪ ਕੀੜਾ ਬਣਿਆ ਉਹ ਦੂਜੇ ਦੀ ਕਲਿਆਣ ਕਿਵੇਂ ਕਰੇਗਾ। ਐਸੇ ਇਤਿਹਾਸ ਵਿੱਚ ਕਈ ਪ੍ਰਸੰਗ ਆਉਂਦੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਸਾਹਿਬ ਜੀ ਦਾ ਬਚਨ ਹੈ ਕਿ ਮੁਕਤੀ ਪੂਰਾ ਗੁਰੂ ਦਿੰਦਾ, ਪੂਰਾ ਗੁਰੂ, ਅਧੂਰਾ ਨਹੀਂ। ਇਸ ਕਰਕੇ ਅਧੂਰੇ ਨੇ ਤੇ ਆਪ ਵੀ ਫਸ ਜਾਣਾ, ਉਹਨੇ ਦੂਜੇ ਦੇ ਬੰਧਨ ਕੀ ਖੋਲਣੇ ਆ। ਮਹਾਰਾਜ ਸਾਹਿਬ ਜੀ ਦੀ ਪਵਿੱਤਰ ਪੰਕਤੀ ਆ, ਕਾਚੇ ਗੁਰ ਤੇ ਮੁਕਤ ਨਾ ਹੁਆ, 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 ਕਾਚੇ ਗੁਰ ਤੇ ਮੁਕਤ ਨਾ ਹੁਆ। ਬਹੁਤਿਆਂ ਦਾ ਜੀ ਕਰਦਾ ਸੰਸਾਰ ਵਿੱਚ ਗੁਰੂ ਬਣਨ ਵਾਸਤੇ, ਜਿਵੇਂ ਸ੍ਰੀ ਬਾਬਾ ਬਕਾਲਾ ਸਾਹਿਬ 22 ਮੰਜੀਆਂ ਲੱਗ ਗਈਆਂ ਸੀ, ਇਸੇ ਤਰ੍ਹਾਂ ਹੋਰ ਵੀ ਥਾਵਾਂ ਥਾਵਾਂ ਤੇ ਹੁਣ ਤੇ 22 ਦੀ ਗੱਲ ਕੀ ਹੈ, 2200 ਤੋਂ ਵੱਧ, 22,000 ਤੋਂ ਵੀ ਵੱਧ ਹੋਣਗੀਆਂ ਮੰਜੀਆਂ ਜਿਹੜੇ ਦੁਨੀਆ 'ਚ ਆਪਣੇ ਆਪ ਨੂੰ ਗੁਰੂ ਕਹਾਉਂਦੇ। ਤੇ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਵਾਂ ਵੀ ਰੀਸ ਤਾਂ ਕੀਤੀ ਜਾ ਸਕਦੀ ਪੂਰੇ ਗੁਰੂ ਦੀ। ਕੋਈ ਚੰਦਵਾ ਲਵਾ ਸਕਦਾ, ਕੋਈ ਚੌਰ ਵੀ ਖਰੀਦ ਕੇ ਬਾਜ਼ਾਰੋਂ ਲਿਆ ਸਕਦਾ, ਆਪਦੇ ਸਿਰ ਤੇ ਕਰਾ ਸਕਦਾ, ਮੱਥੇ ਵੀ ਟਿਕਾ ਸਕਦਾ, ਚੇਲੇ ਵੀ ਬਣਾ ਸਕਦਾ, ਲੋਕ ਲੱਗ ਜਾਂਦੇ ਮਗਰ। ਰੀਸ ਕੀਤੀ ਜਾ ਸਕਦੀ, ਪਰ ਮੁਕਤੀ ਕੌਣ ਦਊਗਾ, ਬੰਧਨ ਕੌਣ ਕੱਟੂਗਾ। ਸਤਿਗੁਰ ਕੀ ਰੀਸ ਹੈ, ਹੋਰ ਕੱਚ ਪੁੱਜ ਬੋਲਦੇ, ਸੇ ਕੂੜਿਆਰ ਕੂੜੇ ਝੜ ਫੜੀਐ। ਮਹਾਰਾਜ ਕਹਿੰਦੇ ਰੀਸ ਤਾਂ ਕਰਦੇ ਪੂਰੇ ਗੁਰੂ ਦੀ, ਪਰ ਝੂਠੇ ਲੋਕ ਉਹ ਕੱਚੇ ਪਿੱਲੇ ਝਾੜੀ ਜਾਣੇ। ਨਾਰਾਇਣ ਨਰਪਤ ਨਮਸਕਾਰ ਹੈ, ਮੁਕਤੀ ਕੌਣ ਦਿੰਦੇ ਆ, ਜੋ ਆਪ ਸਤਿਗੁਰੂ ਮੁਕਤ ਹਨ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਾ ਬਲ ਬਲ ਜਾਈਐ, ਆਪ ਮੁਕਤ ਮੋਹਤਾਰ ਹੈ। ਸੁਖਮਨੀ ਸਾਹਿਬ ਦਾ ਪਾਠ ਗੁਰੂ ਦੀਆਂ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਕਰਦੀਆਂ, ਔਰ ਇਹਨਾਂ ਦਿਨਾਂ ਦੇ ਵਿੱਚ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ ਵੀ ਸੋ ਪੰਜਵੇਂ ਪਾਤਸ਼ਾਹੀ ਦੀ ਸ਼ਹਾਦਤ ਨੂੰ ਸਮਰਪਿਤ ਮਾਈਆਂ ਬੀਬੀਆਂ ਨੇ, ਉਸ ਮਹੱਲੇ ਦੀਆਂ ਮਾਈਆਂ ਨੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਹੋਏ, ਤੇ ਆਮ ਸਭ ਗੁਰਸਿੱਖ ਮਾਈ ਭਾਈ ਸੁਖਮਨੀ ਸਾਹਿਬ ਦਾ ਪਾਠ ਭਾਵਨਾ ਨਾਲ ਕਰਦੇ। ਤੇ ਸੁਖਮਨੀ ਸਾਹਿਬ ਦੀ ਅਖੀਰਲੀ ਅਸ਼ਟਪਦੀ ਚ ਮਹਾਰਾਜ ਸਾਹਿਬ ਜੀ ਨੇ ਆਖਿਆ, ਪੂਰੇ ਗੁਰ ਕਾ ਸੁਣੇ ਉਪਦੇਸ਼। ਇਹ ਅਧੂਰੇ ਨੇ ਬੰਨੇ ਨਹੀਂ ਲਾਉਣਾ, ਪੂਰੇ ਗੁਰ ਕਾ ਸੁਣੇ ਉਪਦੇਸ਼, ਕਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਪੂਰੇ ਗੁਰੂ ਨੂੰ ਜਦੋਂ ਨਮਸਕਾਰ ਕਰੇਗਾ ਤੇ ਫਿਰ ਨਾਮ ਧਨ ਦੇ ਭੰਡਾਰੇ ਭਰਨਗੇ, ਫਿਰ ਬੰਧਨ ਕੱਟੇ ਜਾਣਗੇ, ਫਿਰ ਮੁਕਤੀ ਮਿਲੇ। ਤੇ ਅਧੂਰੇ ਨੇ ਤੇ ਆਪ ਨਹੀਂ ਮੁਕਤ ਹੋਣਾ ਤੇ ਉਹ ਦੂਜਿਆਂ ਨੂੰ ਕਿਵੇਂ ਕਰੇਗਾ। ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ ਕਿ ਮਾਧੋ ਦਾਸ
ਤੇਰਾ ਗੁਰੂ ਉਹ ਸਾਹਮਣਾ ਜਿਹੜਾ ਰੁੱਖ ਹੈ ਨਾ, ਉਹਦੇ ਫਲ ਦੇ ਵਿੱਚ ਕੀੜਾ ਬਣਿਆ ਹੋਇਆ ਹੈ। ਜੀ ਕਰ ਪਤਾ ਚਹਿਤ ਅਬ ਤੇ ਲਿਆਓ, ਜੇ ਹੁਣ ਆਪਣੇ ਗੁਰੂ ਦਾ ਪਤਾ ਚਾਹਣਾ ਹੈ ਵੇਖਣਾ, ਕਰ ਹਮ ਟਿਕਲੇ ਨਾਮ ਬੁਲਾਵੋ। ਉਹ ਮਾਰੇ ਕਹਿੰਦੇ ਫਲ ਤੋੜ ਕੇ ਉਹਦਾ ਲੈ ਆ ਤੇ ਉਹਦੇ ਵਿੱਚੋਂ ਕੱਢ ਤੇ ਆਪਣੇ ਗੁਰੂ ਦਾ ਨਾਮ ਲੈ ਕਰਕੇ ਬੁਲਾ ਉਸ ਨੂੰ। ਸੁਨ ਸਾਧੂ ਨੇ ਸੋ ਫਲ ਦੇਖਾ, ਦਸ਼ਮੇਸ਼ ਪਾਤਸ਼ਾਹੀ ਦਾ ਬਚਨ ਮੰਨ ਕਰਕੇ, ਗੁਰੂ ਜੀ ਦਾ ਬਚਨ ਸੁਣ ਕਰਕੇ ਸਾਧੂ ਨੇ ਉਹ ਫਲ ਵੇਖਿਆ, ਬਿੱਲ ਦਾ ਫਲ ਹੈ, ਉਹਨੂੰ ਤੋੜ ਕਰਕੇ ਲੈ ਆਂਦਾ। ਹੈ ਪਰ ਪੱਕ ਲਾਲ ਵਰੇਖਾ, ਤੇ ਉਹ ਮੈਂ ਪੂਰਾ ਪੱਕਿਆ ਹੋਇਆ ਸੀ, ਲਾਲ ਰੰਗ ਦਾ ਹੈ। ਗੁਰ ਕੇ ਕਹੇ ਤੋੜ ਕਰ ਲਿਆਵਾ, ਗੁਰੂ ਸਾਹਿਬ ਦੇ ਕਹਿਣ ਕਰਕੇ ਫਲ ਤੋੜ ਕੇ ਲੈ ਆਂਦਾ ਸਾਧੂ ਨੇ। ਨਿਕਟ ਲਿਆਏ ਕੀੜਾ ਦ੍ਰਿਸ਼ਟਾਵਾ, ਨੇੜੇ ਲਿਆ ਕੇ ਫਲ ਨੂੰ ਤੋੜਿਆ ਤੇ ਵਿੱਚ ਵੇਖਿਆ ਉਸੇ ਤਰ੍ਹਾਂ ਕੀੜਾ ਦਿਸਿਆ। ਧੁਨ ਉੱਚੀ ਨੇ ਨਾਮ ਬਹਾਰਾ, ਉੱਚੀ ਆਵਾਜ਼ ਦੇ ਨਾਲ ਆਪਣੇ ਗੁਰੂ ਦਾ ਨਾਮ ਲੈ ਕਰਕੇ ਆਵਾਜ਼ ਮਾਰੀ ਕੀਰੇ ਕਿਰਰ ਕਿਰਰ ਉਚਾਰਾ, ਤੇ ਉਹ ਕੀੜੇ ਨੇ ਵੀ ਫਿਰ ਅੱਗੋਂ ਆਵਾਜ਼ ਦਿੱਤੀ। ਇਹ ਹੁਣ ਸੋਝੀ ਤੇ ਦਸਮ ਪਾਤਸ਼ਾਹ ਨੇ ਦਿੱਤੀ ਨਾ, ਕਲਾ ਤੇ ਮਹਾਰਾਜ ਦੀ ਵਰਤਦੀ ਪਈ। ਜਦੋਂ ਮਾਧੋ ਦਾਸ ਵੈਰਾਗੀ ਨੇ ਆਪਣੇ ਗੁਰੂ ਦਾ ਨਾਮ ਲੈ ਕੇ ਆਵਾਜ਼ ਮਾਰੀ ਤੇ ਕੀੜੇ ਨੇ ਫਿਰ ਅੱਗੋਂ ਕਿਰੜ ਕਿਰੜ ਕੀਤੀ। ਉਹ ਕਿ ਆਪਣੀ ਬੋਲੀ 'ਚ ਕਿਰਰ ਕਿਰਰ ਕਰਕੇ ਬੋਲਿਆ। ਉਹਨੇ ਜਵਾਬ ਦਿੱਤਾ ਵੀ ਮੈਂ ਹੀ ਆ ਮਾਧੋ ਦਾਸਾ, ਤੇਰਾ ਗੁਰੂ ਮੈਨੂੰ ਹੀ ਬੈਠਾ ਇੱਥੇ ਕੀੜਾ ਬਣ ਕੇ। ਤਾਂ ਇਸ ਤਰ੍ਹਾਂ ਉਹਨੇ ਆਵਾਜ਼ ਅੱਗੋਂ ਦਿੱਤੀ। ਜਾਨ ਲੀਨ ਨਿਸ਼ਚੇ ਗੁਰ ਮੇਰੋ, ਜਾਣ ਲਿਆ ਉਸ ਵੇਲੇ ਮਾਧੋ ਦਾਸ ਬੈਰਾਗੀ ਨੇ ਨਿਸ਼ਚੇ ਨਾਲ ਵੀ ਇਹ ਮੇਰਾ ਗੁਰੂ ਹੀ ਹੈ। ਕਹਾਂ ਭਈ ਗਤ ਬਿਸਮ ਬਡੇਰੋ, ਇਹ ਕੀ ਹਾਲਤ ਹੋ ਗਈ? ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੇਰਾ ਗੁਰੂ ਇੰਨਾ ਤਪਸਵੀ, ਇੰਨਾ ਜੋਗਾ ਅਭਿਆਸੀ, ਇੰਨੀਆਂ ਰਿੱਧੀਆਂ ਸਿੱਧੀਆਂ ਵਾਲਾ। ਇਹ ਰਿੱਧੀਆਂ ਸਿੱਧੀਆਂ ਹੋਣੀਆਂ, ਯੋਗਾ ਅਭਿਆਸ ਕਰ ਲੈਣਾ, ਕਰਾਮਾਤਾਂ ਆ ਜਾਣੀਆਂ, ਇਹਦੇ ਨਾਲ ਮੁਕਤੀ ਨਹੀਂ ਮਿਲ ਜਾਂਦੀ ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ। ਤੇ ਇਹਨਾਂ ਵਿੱਚ ਰਹਿ ਕਰਕੇ ਬੰਧਨ ਨਹੀਂ ਕੱਟੇ ਜਾਂਦੇ। ਉਂਝ ਇਹ ਸਭ ਕੁਝ ਵੀ ਛੇਤੀ ਨਹੀਂ ਮਿਲਦਾ। ਜੇ ਕਹਿ ਦਈਏ ਨਾ ਵੀ ਰਿੱਧੀਆਂ ਸਿੱਧੀਆਂ, ਰਿੱਧੀਆਂ ਸਿੱਧੀਆਂ ਵੀ ਐਵੇਂ ਨਹੀਂ ਮਿਲ ਜਾਂਦੀਆਂ। ਇਹਦੇ ਵਾਸਤੇ ਵੀ ਅਰਾਧਨਾ ਕਰਨੀ ਪੈਂਦੀ ਆ। ਤਪੱਸਿਆ ਕਰਨ ਵਾਲੇ ਤਪਸਵੀ ਨੂੰ ਹੀ ਰਿੱਧੀਆਂ ਸਿੱਧੀਆਂ ਮਿਲਦੀਆਂ, ਜਿਹੜਾ ਇਸ ਮਾਰਗ ਤੇ ਚੱਲਦਾ। ਪਰ ਇਹ ਮੰਜ਼ਿਲ ਨਹੀਂ। ਗੁਰੂ ਸਾਹਿਬ ਨੇ ਆਖਿਆ ਬਾਣੀ ਵਿੱਚ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਦੂਜਾ ਮਾਰਗ ਨਾਮ ਵਾਲਾ ਜੋ ਹੈ, ਜਿਹੜਾ ਪ੍ਰਭੂ ਦੇ ਨਾਮ ਨੂੰ ਜਪਦਾ, ਇਹ ਰਿੱਧੀਆਂ ਸਿੱਧੀਆਂ ਉਹਨੂੰ ਵੀ ਮਿਲਦੀਆਂ, ਉਹਦੇ ਰਾਹ ਵਿੱਚ ਵੀ ਆਉਂਦੀਆਂ। ਬ੍ਰਹਮ ਬਿੰਦੈ ਤਿਸਦਾ ਬ੍ਰਹਮ ਮਾਤਰ ਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਕਾਰ ਹੈ, ਸਿੱਧੀ ਪਿਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇੱਕ ਨੂੰ ਸੁਦੇ ਸਿੱਧ ਮਿਲਦੀਆਂ, ਪਰ ਉਹ ਜ਼ਿਆਦਾ ਇਹਦੇ ਵਿੱਚ ਮੋਹ ਨਹੀਂ ਕਰਦਾ। ਉਹ ਕਹਿੰਦਾ ਠੀਕ ਹੈ ਰਿੱਧੀਆਂ ਸਿੱਧੀਆਂ, ਪਰ ਮੈਂ ਅੱਗੇ ਜਾਣਾ, ਮੇਰੀ ਇਹ ਮੰਜ਼ਿਲ ਨਹੀਂ। ਇੱਕ ਜਿਹੜਾ ਵਾ ਉਹ ਤਾਪੀ ਇਸ ਕਰਕੇ ਕਰਦਾ ਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ। ਫਰਕ ਹੈ ਦੋਨਾਂ ਦੇ ਵਿੱਚ। ਤੇ ਰਿੱਧੀਆਂ ਸਿੱਧੀਆਂ ਹਾਸਲ ਹੋ ਜਾਣੀਆਂ, ਇਹਨਾਂ ਵਿੱਚ ਫਸ ਕੇ ਬੰਦਾ ਵਕਾਰੀ ਵੀ ਹੋ ਜਾਂਦਾ। ਇਹਨਾਂ ਵਿੱਚ ਰਹਿ ਕਰਕੇ ਬੰਧਨ ਨਹੀਂ ਕੱਟੇ ਜਾਂਦੇ, ਫੇਰ ਇਹ ਹਾਲਤ ਹੁੰਦੀ, ਦੁਬਾਰਾ ਜਨਮ ਵੀ ਹੁੰਦਾ ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ। ਤਾਂ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਕੀੜਾ ਵੇਖਿਆ ਨਾ, ਇਹਨੇ ਮਾਧੋ ਦਾਸ ਨੇ ਹੈਰਾਨ ਹੋਇਆ। ਕਿਉਂਕਿ ਜਿੱਥੇ ਮੋਹ ਆ ਨਾ, ਉਹ ਮੋਹ ਆਸ਼ਰਮ ਦਾ ਹੀ ਸੀ, ਤੇ ਆਸ਼ਰਮ ਦੇ ਵਿੱਚ ਹੀ ਕੀੜਾ ਬਣ ਕੇ ਪੈਦਾ ਹੋਣਾ ਪਿਆ। ਜਿੱਥੋਂ ਦਾ ਮੋਹ ਫਿਰ ਕੀੜਾ ਬਣਨਾ ਪੈਂਦਾ। ਜਿਵੇਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ ਪੰਜਵੇਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, 12ਵੀਂ ਅਸ਼ਟਪਦੀ 'ਚ ਗਰੀਬ ਨਿਵਾਜ ਨੇ ਆਖਿਆ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਣਵੰਤ। ਹੁਣ ਜਵਾਨੀ ਤੇ ਸਾਰਿਆਂ ਤੇ ਆਉਂਦੀ ਆ, ਤੇ ਜਿਹੜਾ ਹੰਕਾਰ ਕਰਦਾ ਵਾ, ਚੌੜਾ ਹੋ ਕੇ ਤੁਰਦਾ ਵੀ ਮੇਰੇ ਤੇ ਜਵਾਨੀ ਆਈ ਨਾ, ਮੇਰੇ ਤੋਂ ਪਹਿਲਾਂ ਕਦੀ ਕਿਸੇ ਤੇ ਆਈ ਸੀ, ਨਾ ਬਾਅਦ 'ਚ ਕਿਸੇ ਤੇ ਆਉਣੀ ਆ, ਵੀ ਮੇਰੇ ਤੇ ਹੀ ਜਵਾਨੀ ਆਈ ਆ, ਤੇ ਹੰਕਾਰ ਦੇ ਵਿੱਚ ਆਕੜਿਆ ਫਿਰਦਾ ਕਿ ਮੈਂ ਜੋਬਨ ਵਾਲਾ ਹਾਂ। ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਇਹ ਤੇ ਫਿਰ ਫਲ ਦਾ ਕੀੜਾ ਬੜਿਆ ਨਾ। ਮਹਾਰਾਜ ਕਹਿੰਦਾ, ਜਿਹੜਾ ਗਰੀਬ ਨਿਵਾਜ ਨੇ ਆਖਿਆ, ਜਿਹੜਾ ਜਵਾਨੀ ਦਾ ਮਾਣ ਕਰਦਾ, ਉਹ ਗੰਦਗੀ ਦਾ ਕੀੜਾ ਬਣਦਾ। ਜਿਉਂਦਿਆਂ ਵੀ ਉਹ ਵਿਕਾਰਾਂ ਦਾ, ਗੰਦਗੀ ਦਾ ਕੀੜਾ ਹੀ, ਅਤੇ ਮਰਨ ਤੋਂ ਮਗਰੋਂ ਗੰਦਗੀ ਦਾ ਕਿਰਮ ਬਣਨਾ ਪੈਂਦਾ ਉਹਨੂੰ।
जो जानै मैं जोबनवंत सो होवत बिष्टा का जंत आपस का कर्मवंत कहावै जन्म